ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਹੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨਾਲ ਆਪਾਂ ਰੋਜ਼ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਲਈ ਇਕੱਤਰ ਹੁੰਦੇ ਹਾਂ, ਆਨਲਾਈਨ ਬੈਠਦੇ ਹਾਂ। ਕਲਾਸਾਂ ਦਾ ਮਤਲਬ ਕੋਈ ਸਿੱਖਣਾ, ਕੋਈ ਸਿਖਾਉਣਾ, ਜੋ ਸਾਡੇ ਕੋਲ ਹੈ ਆਪ ਜੀ ਨਾਲ ਸਾਂਝਾ ਕਰਨਾ, ਜੋ ਆਪ ਜੀ ਦੇ ਪਾਸ ਹੈ ਆਪ ਜੀ ਪਾਸੋਂ ਲੈਣਾ। ਇਹ ਇੱਕ ਗਿਆਨ ਹੈ, ਜਿੰਨਾ ਅਸੀਂ ਵੰਡਦੇ ਹਾਂ, ਜਿੰਨਾ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ, ਇਹਦੇ ਵਿੱਚ ਹੋਰ ਵਾਧਾ ਹੁੰਦਾ ਜਾਂਦਾ। ਤਾਂ ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ 94 ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਸ਼ਬਦ ਆਸਾ ਰਾਗ ਵਿੱਚ ਜੋ ਭਗਤ ਕਬੀਰ ਜੀ ਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 478 ਦੇ ਉੱਤੇ ਹੈ। ਉਹ ਆਪ ਦੇਖ ਰਹੇ ਹੋ, ਪੜ੍ਹ ਰਹੇ ਹੋ। ਕਿਹੜੀ ਬੱਤੀ ਸੁੱਕ ਗਈ, ਤੇਲ ਕਿੱਥੋਂ ਖਤਮ ਹੋ ਗਿਆ, ਅੱਗ ਕਿਹੜੀ ਬੁਝ ਗਈ, ਧੂੰਆਂ ਕਿੱਥੇ ਚਲਾ ਗਿਆ। ਇਹ ਕੁਛ ਐਸੀਆਂ ਚੀਜ਼ਾਂ ਨੇ ਜਿਹੜੇ ਗੁੱਝੀਆਂ ਰਮਜ਼ਾਂ ਹਨ, ਜਿਹੜੀਆਂ ਭਗਤ ਕਬੀਰ ਜੀ ਨੇ ਇਸ ਸ਼ਬਦ ਰਾਹੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ। ਰਵਾਬ ਦੀ ਤੰਦ ਕਿਹੜੀ ਸੀ, ਟੁੱਟੀ ਕਿਵੇਂ, ਇਹ ਕੁਛ ਵਿਚਾਰਾਂ ਅਸੀਂ ਸਰਵਣ ਕਰਾਂਗੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਭੈਣ ਜੀ ਮਨਿੰਦਰ ਕੌਰ ਜੀ ਨੂੰ ਅੱਜ ਦੀ ਸ਼ਬਦ ਉਚਾਰ ਸਾਡੇ ਨਾਲ ਸਾਂਝ ਕਰ। ਸ਼ਬਦ ਆਪਦੇ ਸਾਹਮਣੇ ਹੈ। ਬਾਤੀ ਸੂਕੀ ਤੇਲ ਨਿਖੂਟਾ, ਮੰਦਲ ਨਾ ਬਾਜੇ ਨਟ ਪੈ ਸੂਤਾ, ਬੁਝ ਗਈ ਅਗਰ ਨਾ ਨਿਕਸਿਓ ਧੂਆਂ, ਰਾਵਰਿਆ ਏਕ ਅਵਰ ਨਹੀਂ ਦੂਆ। ਆਓ ਇਸ ਸ਼ਬਦ ਦੀ ਵਿਚਾਰ ਸਰਵਣ ਕਰੀਏ ਭੈਣ ਜੀ ਮਨਿੰਦਰ ਕੌਰ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਗੱਲ ਕੀਤੀ ਹੈ ਕਿ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨੀ ਹੈ, ਉਹ ਸ਼ਬਦ ਆਸਾ ਰਾਗ ਵਿੱਚ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਸ਼ਬਦ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 478 ਤੇ ਦਰਜ ਹੈ। ਆਸਾ ਰਾਗ ਵਿੱਚ ਕਬੀਰ ਜੀ ਦੇ 37 ਸ਼ਬਦ ਹਨ ਤੇ ਭਗਤ ਕਬੀਰ ਜੀ ਦੇ ਆਸਾ ਰਾਗ ਵਿੱਚ ਪਹਿਲਾਂ 2 ਤੁਕੇ ਵਾਲੇ 9 ਸ਼ਬਦ ਹਨ। ਇਸ ਤੋਂ ਬਾਅਦ 1 ਤੁਕੇ ਦੇ ਸ਼ਬਦ ਹਨ, ਜਿਸ ਵਿੱਚੋਂ ਇਹ ਦੂਜਾ ਸ਼ਬਦ ਹੈ। ਇਸ ਦੀ ਜਾਣਕਾਰੀ ਸਾਨੂੰ ਜਦੋਂ ਅਸੀਂ ਲੌਕਿੰਗ ਸਿਸਟਮ ਦੇਖਦੇ ਹਾਂ, ਜੋ ਕਿ ਸਕਰੀਨ ਤੇ ਵੀ ਦਿਖ ਰਹੀ ਹੈ, 4 2 11 ਲਿਖਿਆ ਮਿਲਦਾ ਹੈ। 4 ਤੋਂ ਭਾਵ ਹੈ ਕਿ ਇਸ ਸ਼ਬਦ ਵਿੱਚ 4 ਬੰਦ ਹਨ। 2 ਮਤਲਬ 1 ਤੁਕੇ ਵਾਲਾ ਇਹ ਦੂਸਰਾ ਸ਼ਬਦ ਹੈ, ਅਤੇ 11 ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਭਗਤ ਜੀ ਦਾ ਆਸਾ ਰਾਗ ਵਿੱਚ 11ਵਾਂ ਸ਼ਬਦ ਹੈ, ਜਿਸ ਵਿੱਚ ਹੈਡਿੰਗ ਸਿਰਫ ਆਸਾ ਦਿੱਤੀ ਹੈ। तो शब्द एक बारी सरवण करते हाँ। बाती सूकी तेल निखूटा, मंदल ना बाजे नट पै सूता, बुझ गई अगन ना निकस्यो धुआं, रव रहा एक अवर नहीं दुआ राओ, टूटी तंत ना बजे रबाब, भूल बिगाड़ियो अपना काज, कथनी बदनी कहन कहावन, समझ परी तो बिसरियो गावन, कहत कबीर पंच जो चूरे, तिन ते ना है परम पद दूरे, कहत कबीर पंच जो चूरे, तिन ते ना है परम पद दूरे। ਇਹ ਸ਼ਬਦ ਜਿਹੜਾ ਕਿ ਅਸੀਂ ਹੁਣੇ ਸਰਵਣ ਕੀਤਾ ਹੈ, ਇਸ ਸ਼ਬਦ ਵਿੱਚ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਗੱਲ ਕੀਤੀ ਹੈ। ਸਾਡੇ ਅੰਦਰ ਮਾਇਆ ਵਾਲੇ ਵਿਚਾਰ ਨੇ, ਮਾਇਆ ਵੱਲੋਂ ਸਾਡਾ ਮਨ ਮਰਦਾ ਨਹੀਂ ਹੈ, ਪਰ ਜੇ ਮਾਇਆ ਵੱਲੋਂ ਸਾਡਾ ਮਨ ਮਰ ਜਾਂਦਾ ਹੈ, ਜੋ ਕਿ ਗੁਰੂ ਦੁਆਰਾ ਬਖਸ਼ੇ ਨਾਮ ਦੁਆਰਾ ਹੀ ਹੋਵੇਗਾ,
ਫਿਰ ਇਸ ਨੂੰ ਸਾਰੀ ਸ੍ਰਿਸ਼ਟੀ ਵਿੱਚ ਰੱਬ ਹੀ ਨਜ਼ਰ ਆਉਂਦਾ, ਫਿਰ ਇਸ ਨੂੰ ਸਾਰੀ ਸ੍ਰਿਸ਼ਟੀ ਵਿੱਚ ਰੱਬ ਹੀ ਨਜ਼ਰ ਆਉਂਦਾ ਹੈ। ਫਿਰ ਇਹ ਕਹਿੰਦਾ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਜਦ ਤੋਂ ਮੈਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ, ਦੂਜਿਆਂ ਨੂੰ ਵੇਖ ਕੇ ਜੋ ਈਰਖਾ ਹੁੰਦੀ ਸੀ ਉਹ ਸਾਰੀ ਮੁੱਕ ਗਈ ਹੈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨਿਆਈ। ਹੁਣ ਸਾਰਿਆਂ ਨਾਲ ਹੀ ਪਿਆਰ ਬਣ ਗਿਆ, ਕੋਈ ਬਿਗਾਨਾ ਨਹੀਂ ਲੱਗਦਾ, ਭਾਵ ਸਾਰੇ ਹੀ ਆਪਨੇ ਲੱਗਦੇ ਨੇ। ਜੋ ਪ੍ਰਭ ਕੀਨੋ, ਪਰਮਾਤਮਾ ਜੋ ਕਰਦਾ ਹੈ ਸੋ ਭਲ ਮਾਨਿਓ, ਉਹ ਚੰਗਾ ਹੀ ਹੁੰਦਾ ਹੈ, ਸਭ ਲਈ ਚੰਗਾ ਹੁੰਦਾ ਹੈ। ਇਹ ਸੁਮਤ, ਇਹ ਜਿਹੜੀ ਸਮਝ ਹੈ ਇਹ ਕਿੱਥੋਂ ਪ੍ਰਾਪਤ ਹੋਈ? ਸਾਧੂ ਤੇ ਪਾਈ, ਗੁਰੂ ਜੀ ਤੋਂ ਪ੍ਰਾਪਤ ਹੋਈ। ਸਭ ਮੈਂ ਰਵ ਰਿਹਾ ਪ੍ਰਭ ਏਕ ਹੈ, ਪਾਰ ਬ੍ਰਹਮ ਆਪ ਹੀ ਸਭ ਵਿੱਚ ਵਿਆਪਕ ਹੈ। ਪੇਖ ਪੇਖ ਨਾਨਕ ਬਿਗਸਾਈ। ਤਾਈਓ ਸਭ ਨੂੰ ਵੇਖ ਵੇਖ ਕੇ ਮੈਂ ਖੁਸ਼ ਹੁੰਦਾ ਹਾਂ, ਕਿਉਂਕਿ ਸਭ ਵਿੱਚ ਤੇਰੀ ਹੀ ਜੋਤ ਨਜ਼ਰ ਆਉਂਦੀ ਹੈ। ਫਿਰ ਈਰਖਾ ਕਿਸ ਤੋਂ ਤੇ ਦਵੇਸ਼ ਕਿਸ ਤੋਂ? ਐਸੀ ਗੱਲ ਨੂੰ ਕਬੀਰ ਸਾਹਿਬ ਜੀ ਰਹਾਉਬੰਦ ਵੀ ਸਮਝਾ ਰਹੇ ਹਨ। ਬੁਝ ਗਈ ਅਗਨ ਨਾ ਨਿਕਸਿਓ ਧੂਆਂ, ਰਵ ਰਿਹਾ ਏਕ ਅਵਰ ਨਹੀਂ ਦੂਆ। ਬੁਝ ਗਈ ਅਗਨ, ਅਗਨ ਇੱਥੇ ਤ੍ਰਿਸ਼ਨਾ ਦੀ ਅਗ ਲਈ ਆਇਆ ਹੈ। ਨਾ ਨਿਕਸਿਓ ਧੂਆਂ ਤੋਂ ਭਾਵ ਹੈ ਉਸ ਅੱਗ ਵਿੱਚੋਂ ਨਿਕਲਣ ਵਾਲਾ ਧੂਆਂ ਵੀ ਮੁੱਕ ਗਿਆ, ਤੇ ਉਸ ਤ੍ਰਿਸ਼ਨਾ ਦੀ ਅੱਗ ਵਿੱਚੋਂ ਨਿਕਲਣ ਵਾਲੀਆਂ ਵਾਸ਼ਨਾਵਾਂ ਵੀ ਮੁੱਕ ਗਈਆਂ। ਜਿਸ ਦੇ ਅੰਦਰੋਂ ਹੋਰ ਦੀ ਬਿਰਤੀ ਮੁੱਕ ਗਈ ਤੇ ਵਾਸ਼ਨਾਵਾਂ ਵੀ ਮੁੱਕ ਜਾਂਦੀਆਂ ਹਨ। ਰਵ ਰਿਹਾ ਏਕ ਅਵਰ ਨਹੀਂ ਦੂਆ, ਰਵ ਰਿਹਾ ਏਕ, ਹਰ ਥਾਂ ਤੇ ਉਹ ਇੱਕ ਰੱਬ ਹੀ ਦਿਸ ਰਿਹਾ ਹੈ। ਅਵਰ ਨਹੀਂ ਦੂਆ, ਉਸ ਤੋਂ ਇਲਾਵਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਜਿਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਉਸ ਦੇ ਅੰਦਰੋਂ ਉਸ ਤ੍ਰਿਸ਼ਨਾ ਦੀ ਅੱਗ ਵਿੱਚੋਂ ਨਿਕਲਣ ਵਾਲੀਆਂ ਵਾਸ਼ਨਾਵਾਂ ਵੀ ਮੁੱਕ ਗਈਆਂ। ਤੇਰੇ ਨਾਮ ਦੀ ਬਰਕਤ ਨਾਲ ਅਗਨ ਤੇ ਬੁਝ ਗਈ ਸੀ, ਪਰ ਜਦ ਤੋਂ ਸਭ ਵਿੱਚ ਤੂੰ ਹੀ ਨਜ਼ਰ ਆਉਣ ਲੱਗ ਪਿਆ ਤੇ ਜੋ ਵਿਕਾਰਾਂ ਦਾ ਛੋਟਾ ਮੋਟਾ ਧੂਆਂ ਨਿਕਲਦਾ ਸੀ ਉਹ ਵੀ ਨਿਕਲਣਾ ਬੰਦ ਹੋ ਗਿਆ। ਤੇ ਅਸੀਂ ਦੇਖਦੇ ਹਾਂ ਕਿ ਮਨੁੱਖ ਦੇ ਅੰਦਰ ਜਦ ਮਾਇਆ ਵਾਲੇ ਵਿਚਾਰ ਮਰਦੇ ਨੇ ਤੇ ਉਹਨਾਂ ਤੋਂ ਬਾਹਰ ਨਿਕਲਣ ਜੋਗਾ ਹੋ ਜਾਂਦਾ ਹੈ। ਗੁਰੂ ਦੀ ਬਖਸ਼ੀ ਬਾਣੀ ਜਦੋਂ ਅਸੀਂ ਜਿਉਂਦੇ ਹਾਂ ਤੇ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਾਂ। ਜਦੋਂ ਮਨ ਮਾਇਆ ਵਾਲੇ ਪਾਸੇ ਤੋਂ ਮਰਦਾ ਹੈ, ਜਿਸਨੂੰ ਕਬੀਰ ਸਾਹਿਬ ਜੀ ਨੇ ਕਿਹਾ ਹੈ ਰਵ ਰਿਹਾ ਏਕ ਅਵਰ ਨਹੀਂ ਦੂਆ, ਇਸਨੂੰ ਕਬੀਰ ਸਾਹਿਬ ਜੀ ਦੇ 51 ਨੰਬਰ ਦੇ ਸ਼ਲੋਕ ਰਾਹੀਂ, ਜਿਹੜਾ ਕਿ 1369 ਅੰਕ ਤੇ ਦਰਜ ਹੈ, ਇਸ ਤੋਂ ਵੀ ਸਮਝਿਆ ਜਾ ਸਕਦਾ ਹੈ। ਜਿਸ ਵਿੱਚ ਕਬੀਰ ਜੀ ਕਹਿੰਦੇ ਹਨ, ਕਬੀਰ ਏਕ ਮਰਨ ਤੇ ਦੁਈ ਮੁਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੁਏ, ਚਾਰ ਪੁਰਖ ਦੋਏ ਨਾਰ। ਇਸ ਵਿੱਚ ਕਬੀਰ ਸਾਹਿਬ ਜੀ ਇਹੀ ਸਮਝਾ ਰਹੇ ਹਨ ਕਿ ਉਹ 6 ਕਿਹੜੇ ਹਨ ਜਿਹੜੇ ਪ੍ਰਭੂ ਦੇ ਗੁਣ ਗਾਉਣ ਨਾਲ ਮਰ ਜਾਂਦੇ ਹਨ। ਪ੍ਰਭੂ ਦੇ ਗੁਣਾਂ ਦਾ ਅੰਤ ਤੇ ਨਹੀਂ ਪਾਇਆ ਜਾ ਸਕਦਾ, ਪਰ ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਨਾਲ ਮਨ ਮਰ ਜਾਂਦਾ ਹੈ, ਭਾਵ ਵਿਕਾਰ ਵਾਲੇ ਪਾਸੇ ਤੋਂ ਹਟ ਜਾਂਦਾ ਹੈ। ਤੇ ਫਿਰ ਇੱਕ ਮਨ ਦੇ ਮਰਨ ਨਾਲ ਇੱਕ ਹੋਰ ਵੀ ਮਰ ਗਿਆ, ਉਹ ਸੀ ਜਾਤ ਦਾ ਅਭਿਮਾਨ। ਜਾਤ ਦਾ ਅਭਿਮਾਨ ਮਰ ਗਿਆ ਤੇ ਫਿਰ ਇਹ ਹੁਣ 2 ਹੋ ਗਏ, ਤੇ ਮਨ ਅਤੇ ਜਾਤ ਅਭਿਮਾਨ, ਫਿਰ 2 ਹੋਰ ਮਰੇ। ਉਹ ਕਿਹੜੇ ਸਨ ਕਿ ਦੇਹ ਅਧਿਆਸ ਤੇ ਤ੍ਰਿਸ਼ਨਾ, ਤੇ 4 ਹੋ ਗਏ, ਤੇ 2 ਹੋਰ ਮਰ ਗਏ, ਕੁਸੰਗ ਤੇ ਨਿੰਦਾ, ਤੇ ਸਾਰੇ ਮਿਲ ਕੇ 6 ਹੋ ਗਏ। 4 ਪੁਲਿੰਗ ਤੇ 2 ਇਸਤਰੀਲਿੰਗ। ਨਿੰਦਿਆ ਤੇ ਤ੍ਰਿਸ਼ਨਾ ਇਸਤਰੀਲਿੰਗ, ਨਿੰਦਿਆ ਤੇ ਤ੍ਰਿਸ਼ਨਾ ਇਸਤਰੀਲਿੰਗ ਦੇ, ਤੇ ਬਾਕੀ ਦੇ 4 ਜਿਹੜੇ ਹਨ ਮਨ ਦਾ ਮਰਨਾ ਅਤੇ ਜਾਤ ਅਭਿਮਾਨ, ਕੁਸੰਗ ਤੇ ਚੌਥੀ ਦੇਹ ਅਧਿਆਸ। ਸਰੀਰਕ ਮੋਹ ਅਸੀਂ ਆਮ ਦੇਖਦੇ ਹਾਂ ਕਿ ਜਿਸ ਚੀਜ਼ ਨਾਲ ਹਰ ਵਕਤ ਵਾਹ ਪੈਂਦਾ ਹੋਵੇ ਉਸ ਨਾਲ ਉਹ ਚੀਜ਼ ਜ਼ਿਆਦਾ ਪਿਆਰੀ ਲੱਗਣ ਲੱਗ ਜਾਂਦੀ ਹੈ, ਪਰ ਆਪਣੇ ਸਰੀਰ ਦਾ ਮੋਹ ਸਭ ਤੋਂ ਜ਼ਿਆਦਾ ਪ੍ਰਬਲ ਹੁੰਦਾ ਹੈ। ਦੇਹ ਨੂੰ ਪਾਲਣ ਲਈ, ਅਸੀਂ ਸਵਾਰਨ ਲਈ ਕਿੰਨਾ ਕੁਝ ਕਰਦੇ ਹਾਂ, ਖਾਣ ਪੀਣ ਦਾ ਧਿਆਨ ਰੱਖਣਾ,
ਸੋਨਾ ਦਿਖਣ ਲਈ ਮੇਕਅਪ ਕਰਨਾ, ਸੋਨੇ ਸੋਨੇ ਕੱਪੜੇ ਪਾਉਣੇ, ਹੋਰ ਵੀ ਕਈ ਕੁਝ ਕਰਦੇ ਹਾਂ। ਤੇ ਇਹ ਚਾਰ ਜਿਹੜੇ ਹਨ ਇਹ ਪੁੱਲਿੰਗ ਹੋ ਗਏ। ਸੋ ਇਹਨਾਂ 6 ਦੇ ਮਰਨ ਨਾਲ ਫਿਰ ਮਾਇਆ ਵਾਲੇ ਝਮੇਲੇ ਸਾਰੇ ਦੂਰ ਹੋ ਜਾਂਦੇ ਨੇ। ਭਾਵੇਂ ਉਸਨੂੰ ਮਾਇਆ ਦੇ ਨਾਦ ਕਹਿ ਲਈਏ, ਜਿਹੜੇ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਇਸ ਵਿੱਚ ਕੀ ਹੈ ਭਾਵ ਮਨ ਦੀ ਭਟਕਣਾ ਇਹ ਸਾਰੀ ਮੁੱਕ ਜਾਂਦੀ ਹੈ। ਤੇ ਮੁਕਦੀ ਕਿੱਦਾਂ ਹੈ? ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰੀਏ। ਗੁਰੂ ਦਾ ਸ਼ਬਦ ਜਿਸ ਨੂੰ ਅਸੀਂ ਨਾਮ ਕਹਿੰਦੇ ਹਾਂ, ਉਸ ਦਾ ਮਤਲਬ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮਾਲਕ ਇੱਕ ਸਮਦ੍ਰਿਸ਼ਟਤਾ ਵਿੱਚ ਨਜ਼ਰ ਆਉਣ ਲੱਗ ਜਾਵੇ ਤੇ ਹੋਰ ਕੋਈ ਨਾ ਨਜ਼ਰ ਆਵੇ, ਪਰਮਾਤਮਾ ਹੀ ਸਾਰਿਆਂ ਪਾਸੇ बुझ गई अगर ना बुझ गई अगन ना निकसे हो ਧੂਆਂ। ਇਸ ਪੰਕਤੀ ਵਿੱਚ ਕਹਿ ਰਹੇ ਨੇ, ਜਦੋਂ ਮੈਨੂੰ ਵੈਸੇ ਤੇ ਇੱਥੇ ਥਰਡ ਪਰਸਨ ਦੀ ਗੱਲ ਹੈ ਕਿ ਕਿਸੇ ਵੀ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਵਿੱਚ ਰੱਬ ਜੀ ਨਜ਼ਰ ਆ ਜਾਣ। ਰੱਬ ਜੀ ਦਾ ਨਜ਼ਰ ਆਉਣਾ ਮਤਲਬ ਰੱਬ ਜੀ ਦੇ ਅਹਿਸਾਸ ਵਿੱਚ ਜਿਉਣਾ। ਫਿਰ ਰੱਬ ਦੇ ਅਹਿਸਾਸ ਵਿੱਚ ਤੇ ਸਾਡਾ ਮਨ ਦੋ ਕੰਮ ਕਰਦਾ ਹੈ, ਨਾ ਤੇ ਡਰਦਾ ਹੈ ਤੇ ਨਾ ਡਰਾਉਂਦਾ ਹੈ। ਦੋਨੋਂ ਕੰਮ ਖਤਮ ਹੋ ਗਏ। ਜਿਵੇਂ ਬੱਚੇ ਦੇ ਕੋਲ ਮਾਂ ਪਿਓ ਬੈਠੇ ਹੋਣ ਤੇ ਉਹ ਸ਼ਰਾਰਤਾਂ ਵੀ ਨਹੀਂ ਕਰਦਾ, ਤੇ ਜੇ ਕਿਤੇ ਅੰਧੇਰੇ ਵਿੱਚ ਜਾਣਾ ਪਵੇ ਤੇ ਉਸਨੂੰ ਡਰ ਵੀ ਨਹੀਂ ਲੱਗਦਾ। ਸਾਡਾ ਮਨ ਵੀ ਇਸੇ ਤਰ੍ਹਾਂ ਹੈ। ਜੇ ਪਤਾ ਹੈ ਰੱਬ ਜੀ ਨਾਲ ਨੇ ਤੇ ਫਿਰ ਡਰ ਕਿਸ ਗੱਲ ਦਾ? ਤੇ ਜਦੋਂ ਪਤਾ ਹੈ ਰੱਬ ਦੇਖਦਾ ਪਿਆ ਹੈ ਤੇ ਫਿਰ ਮੈਂ ਸ਼ਰਾਰਤਾਂ ਵੀ ਨਹੀਂ ਕਰਦਾ। ਬੁਝ ਗਈ ਅਗਨ, ਇਹ ਅਗਨ ਤੇ ਬੁਝ ਗਈ। ਅਗਨ ਬੁਝਣ ਤੋਂ ਬਾਅਦ ਮਾੜਾ ਮੋਟਾ ਧੂਆਂ ਜਿਹਾ ਨਿਕਲਦਾ ਹੈ, ਹੁਣ ਉਹ ਵੀ ਨਹੀਂ ਨਿਕਲਦਾ। ਮੇਰਾ ਮਨ ਮਾਇਆ ਵਾਲੇ ਪਾਸੋਂ ਬਿਲਕੁਲ ਹੀ ਮਰ ਗਿਆ। ਇੱਥੇ ਸਮਝਣਾ ਹੈ ਕਿ ਮਰਨਾ ਕੀ ਹੈ। ਵੈਸੇ ਤੇ ਸਭ ਨੂੰ ਪਤਾ ਹੈ ਕਿ ਮਰਨਾ ਕਿਸ ਨੂੰ ਕਹਿੰਦੇ ਹਾਂ, ਹੈ ਨਾ। ਅਸੀਂ ਦੇਖਦੇ ਹਾਂ ਜਿਵੇਂ ਬੰਦਾ ਕੋਮਾ ਵਿੱਚ ਹੈ ਤੇ ਹੁਣ ਉਸਦੇ ਹੱਥ ਪੈਰ ਨਹੀਂ ਹਿਲ ਰਿਹਾ, ਪਰ ਉਸਦੇ ਅੰਦਰ ਦੀ ਧੜਕਣ ਚੱਲ ਰਹੀ ਹੈ। ਸਾਰੀ ਬਾਹਰਲੀ ਹਰਕਤ ਮੁੱਕਣ ਤੋਂ ਬਾਅਦ ਵੀ ਅੰਦਰਲੀ ਕੋਈ ਹਰਕਤ ਹੈ ਜਿਹੜੀ ਚਲਦੀ ਪਈ ਹੈ। ਤੇ ਫਿਰ ਡਾਕਟਰ ਕਹਿੰਦਾ ਹੈ ਕਿ ਇਹ ਡੈਡ ਨਹੀਂ ਹੈ, ਕੋਮਾ ਵਿੱਚ ਹੈ। ਜਦੋਂ ਕਹਿੰਦੇ ਨੇ ਡੈਡ ਕਿ ਖਤਮ ਹੋ ਗਿਆ, ਪਾਓ ਸਾਰਾ ਕੁਝ ਹੀ ਮੁੱਕ ਗਿਆ। ਜੋ ਅੰਦਰ ਸੀ ਦੀ ਹਰਕਤ ਸੀ, ਜੋ ਛੋਟੀ ਮੋਟੀ ਹਰਕਤ ਸੀ ਅੰਦਰ, ਹੁਣ ਉਹ ਵੀ ਮੁੱਕ ਗਈ। ਇਹ ਮਰਨਾ ਹੈ ਤੇ ਇਹ ਸਰੀਰਕ ਮਰਨਾ ਹੈ। ਅਸੀਂ ਇੱਥੇ ਨਿਕਲਿਓ ਧੂਆਂ ਨੂੰ ਸਮਝਣਾ ਹੈ ਕਿ ਜੇ ਕਿਨਕਾ ਮਾਤਰ ਵੀ ਕੋਈ ਹਰਕਤ ਨਹੀਂ ਹੈ ਤਾਂ ਪੂਰਾ ਮਰਿਆ ਹੈ। ਤੇ ਅਸੀਂ ਅਜੇ ਪੂਰੇ ਨਹੀਂ ਮਰੇ ਹੋਏ। ਕਿਤੇ ਕੋਈ ਸ਼ਬਦ ਦਾ ਪ੍ਰਭਾਵ ਹੋਇਆ ਵੀ ਹੈ ਤੇ ਅਸੀਂ ਅਜੇ ਕੋਮਾ ਵਾਲੀ ਹਾਲਤ ਵਿੱਚ ਹਾਂ, ਪੂਰੇ ਨਹੀਂ ਮਰੇ ਹੋਏ। ਅਜੇ ਅਗਨ ਤੇ ਬੁਝ ਗਈ ਹੈ ਪਰ ਧੂਆਂ ਨਿਕਲਦਾ ਪਿਆ ਹੈ। ਕਿਤੇ ਫਿਰ ਗੁੱਸਾ ਆ ਜਾਂਦਾ ਹੈ, ਕਿਤੇ ਲਾਲਚ ਆ ਜਾਂਦਾ ਹੈ। ਇਸ ਤੋਂ ਭਾਵ ਹੈ ਕਿ ਅਸੀਂ ਅਜੇ ਪੂਰੇ ਨਹੀਂ ਮਰੇ। ਤੇ ਫਿਰ ਪੂਰਾ ਮਰਨਾ ਕੀ ਸੀ? ਮਰਨ ਦਾ ਮਤਲਬ ਸੀ ਕਿ ਹਰਕਤ ਦਾ ਰੁਕ ਜਾਣਾ, ਪਰ ਸਾਡੀ ਹਰਕਤ ਤੇ ਹੋ ਰਹੀ ਹੈ। ਬੁਝ ਗਈ ਅਗਨ, ਅਗਨ ਤੇ ਬੁਝ ਗਈ ਹੈ। ਉਹ ਇਸ ਤਰ੍ਹਾਂ ਬੁਝੀ ਹੈ ਕਿ ਹੁਣ ਧੂਆਂ ਵੀ ਨਹੀਂ ਨਿਕਲਦਾ ਪਿਆ ਹੈ, ਭਾਵ ਵਿਕਾਰ ਹੁਣ ਤੰਗ ਨਹੀਂ ਕਰਦੇ ਪਏ। ਤੇ ਭਗਤ ਨਾਮਦੇਵ ਜੀ ਵੀ ਆਸਾ ਰਾਗ ਦੇ ਸ਼ਬਦ ਦੇ ਰਹਾਉਬੰਦ ਵਿੱਚ ਇਹੀ ਸਮਝਾ ਰਹੇ ਹਨ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। सूत एक मन सत सहंस जैसे ओत पोत प्रभ सोई। परमात्मा हर ਥਾਂ ਤੇ ਵਿਆਪਕ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਜਿਵੇਂ ਇੱਕ ਧਾਗੇ ਵਿੱਚ ਕਈ ਮੋਤੀ ਪਰੋਏ ਹੁੰਦੇ ਹਨ ਤੇ ਧਾਗਾ ਇੱਕੋ ਹੀ ਹੁੰਦਾ ਹੈ। ਮੋਤੀ ਵੀ ਵੱਖ-ਵੱਖ ਰੰਗ ਦੇ, ਵੱਖ-ਵੱਖ ਡਿਜ਼ਾਈਨ ਦੇ ਹੋ ਸਕਦੇ ਨੇ। ਇਸੇ ਤਰ੍ਹਾਂ ਹਰ ਜੀਵ ਵਿੱਚ ਉਸ ਪਰਮਾਤਮਾ ਦੀ ਹੀ ਸੱਤਾ ਹੈ। ਓਤ ਪੋਤ ਪ੍ਰਭ ਸੋਈ। ਇੱਥੇ ਦੂਜਾ ਐਗਜ਼ਾਮਪਲ ਦਿੰਦੇ ਨੇ ਕਿ ਜਿਵੇਂ ਕੱਪੜੇ ਦੀ ਬਣਤਰ ਦਾ, ਜਿਵੇਂ ਤਾਨੇ ਪੇਟੇ ਵਿੱਚ ਧਾਗੇ ਆਪਸ ਵਿੱਚ ਜੁੜੇ ਹੁੰਦੇ ਹਨ, ਤਿਵੇਂ ਉਹ ਪਰਮਾਤਮਾ ਵੀ ਸਾਰਿਆਂ ਨਾਲ ਜੁੜਿਆ ਹੋਇਆ ਹੈ, ਵੱਖ ਨਹੀਂ ਹੈ।
क्योंकि कबीर जी भी इस शब्द ਵਿੱਚ ਸਰਵ ਵਿਆਪਕਤਾ ਦੀ ਗੱਲ ਕਰ ਰਹੇ ਹਨ ਤੇ ਨਾਮਦੇਵ ਜੀ ਵੀ ਉਸੇ ਗੱਲ ਦੀ ਪੁਸ਼ਟੀ ਕਰਦੇ ਪਏ ਨੇ ਕਿ एक अनेक व्यापक पूरक जत देखो तत सोई एक परमात्मा अनेक रूप तार के हर थां ते मौजूद है। माया चित्र बचित्र विमोहित बिरला बूझे कोई, पर इस भेद नूं कोई बिरला ही समझदा है। कहत नामदेव हर की रचना देखो हृदय बिचारी, घट घट अंतर सर्व निरंतर केवल एक मुरारी। मैं पूरा शब्द नहीं लिया है, पर इस विच भी नामदेव जी ने यही गल कीती है कि अनेक रूप धार के एक परमात्मा ही सब विच व्यापक है। पर यह भेद कोई बिरला ही समझदा है जेड़ा माया दे विच नहीं फसिया, जिस दे अंदर दा धुआं भी मुक गया है। उसनूं ही समझ पैंदी है कि जिवें पानी दियां लहरां बुदबुदे ਝੱਗ ਇਹ पानी ही ਹਨ, तिवें ही परमात्मा हर रूप विच आप ही वस रहा है। ਹੁਣ ਪਹਿਲੇ ਬੰਦ ਵਿੱਚ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਕਿ ਬਾਤੀ ਸੂਕੀ ਤੇਲ ਨਿਕੂਟਾ, ਮੰਦਲ ਨਾ ਬਾਜੈ ਨਟ ਪੈ ਸੂਤਾ। ਬਾਤੀ ਤੋਂ ਭਾਵ ਹੈ ਵੱਟੀ, ਜਿਸ ਦੇ ਆਸਰੇ ਤੇਲ ਬਲਦਾ ਹੈ ਤੇ ਦੀਵਾ ਜਗਦਾ ਰਹਿੰਦਾ ਹੈ। ਮਨ ਦੀ ਸੁਰਤ ਜੋ ਮੋਹ ਵਿੱਚ ਫਸਾਈ ਰੱਖਦੀ ਹੈ, ਤੇ ਤੇਲ ਮਾਇਆ ਰੂਪੀ ਤੇਲ मोह रूपी तेल निखुटा मुक गया, खत्म हो गया। जद माया दे मोह दा तेल जीव दे अंदरों मुक जाता है, उसकी सुरत माया वाले पासे तो हट जाती है। मंदल ढोल ले आया है ते शोर रूपी ढोल। न बाजे नट, नट जीव जो माया दा नचाया नच रहा है। पै तो भाव है बेपरवाह होके, माया वालों बेपरवाह होके सुता है, सौ गया है, शांत चित हो गया है ते डोलन तो हट गया है। ओ जीव नट जो पहला माया दा नचाया नच रहा सी, हुण माया वालों बेखबर होके भटकनों रह जाता है। उसदे अंदर माया दा शोर रूपी ढोल जिहड़ा है वो नहीं वजदा, ते माया दे मोह दा तेल उसदे अंदरों मुक जाता है ते उसदी सुरत माया वालों हट जाती है। ਹੁਣ ਇੱਥੇ ਕਿਸ ਤੇਲ ਦੀ ਗੱਲ ਹੈ? ਮਾਇਆ ਵਾਲੇ ਤੇਲ ਦੀ। ਮੁੱਕ ਗਿਆ, ਜਦੋਂ ਤੇਲ ਹੀ ਮੁੱਕ ਗਿਆ ਤੇ ਬੱਤੀ ਨੇ ਤੇ ਸੁੱਕ ਹੀ ਜਾਣਾ ਸੀ। ਜਿਵੇਂ ਅਸੀਂ ਦੇਖਦੇ ਹੀ ਹਾਂ ਕਿ ਜਦ ਦੀਵੇ ਵਿੱਚੋਂ ਤੇਲ ਮੁੱਕ ਜਾਂਦਾ ਹੈ ਤੇ ਬੱਤੀ ਬੁਝ ਜਾਂਦੀ ਹੈ, ਕਈ ਵਾਰ ਤੇ ਪੂਰੀ ਬੱਤੀ ਸੜ ਵੀ ਜਾਂਦੀ ਹੈ। ਇਸੇ ਤਰ੍ਹਾਂ ਜੇ ਮਾਇਆ ਰੂਪ ਤੇਲ ਹੀ ਨਾ ਰਿਹਾ, ਫਿਰ ਸੁਰਤ ਵਿੱਚ ਵੀ ਮਾਇਆ ਦੇ ਫੁਰਨੇ ਨਹੀਂ ਆਉਂਦੇ। ਮੰਦਲ ਨਾ ਬਾਜੈ ਨਟ ਪੈ ਸੂਤਾ, ਜਿਹੜਾ ਜੀਵ ਹਰ ਵੇਲੇ ਮਾਇਆ ਵਿੱਚ ਨੱਚਦਾ ਹੀ ਪਿਆ ਸੀ, ਜਿਵੇਂ ਨਕਟੀ ਕੋ ਠਨਗਨ ਬਾਡਾ ਡੂ, ਕਿਨਹੇ ਵਿਵੇਕੀ ਕਾਟੀ ਤੂੰ। ਠਨ ਠਨ ਵਾਜਾ ਵੱਜਦਾ ਹੀ ਪਿਆ ਹੈ, ਕੋਈ ਵਿਵੇਕੀ ਵਿਚਾਰਵਾਨ ਹੀ ਹੈ ਜਿਸ ਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ, ਜਾਂ ਜੋ ਇਸ ਦਾ ਪ੍ਰਭਾਵ ਆਪਣੇ ਤੇ ਨਹੀਂ ਪੈਣ ਦਿੰਦਾ। ਇਸ ਵਿੱਚ ਵੀ ਕਬੀਰ ਜੀ ਕਹਿੰਦੇ ਨੇ ਕਿ ਨਕਟੀ ਮਾਇਆ ਲਈ ਆਇਆ ਹੈ ਤੇ ਇਹ ਨਚਾਉਂਦੀ ਹੀ ਪਈ ਹੈ, ਪਰ ਮੇਰੀ ਮਾਇਆ ਵਾਲੀ ਤਾਰ ਹੀ ਨਹੀਂ ਛਿੜਦੀ ਪਈ ਤੇ ਮੈਂ ਨੱਚਦਾ ਹੀ ਨਹੀਂ ਪਿਆ। ਜਦੋਂ ਕ੍ਰੋਧ ਦੀ ਗੱਲ ਕਰਦੇ ਹਾਂ ਤੇ ਜਿਵੇਂ ਗੁਰੂ ਅਰਜਨ ਸਾਹਿਬ ਜੀ ਸ਼ਲੋਕ ਸਹਿਸਕ੍ਰਿਤੀ ਵਿੱਚ ਫਰਮਾਉਂਦੇ ਹਨ, हे कल मूल क्रोधं कदंच करुणा न उपजते, बिख्यंत जीवं वस्यं करोति नित्यं करोति जथा मरकट है। ਜਿਵੇਂ ਨੱਚਦਾ ਪਿਆ ਹੈ, ਜਿਵੇਂ ਬਾਂਦਰ ਮਦਾਰੀ ਦੀ ਡੁਗਡੁਗੀ ਤੇ ਨੱਚਦਾ ਹੈ। ਮਾਇਆ ਦੇ ਨਚਾਉਣ ਦਾ ਤਰੀਕਾ ਹੀ ਇਹ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਅਸੀਂ ਇਹਦੀ ਪਹਿਲੇ ਉੱਤੇ ਵੀ ਗੱਲ ਕੀਤੀ ਹੈ। ਤੇ ਸੂਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਹੁਣ ਅਸੀਂ ਦੂਜੇ ਬੰਦ ਵਿੱਚ ਦੇਖਦੇ ਹਾਂ ਕਿ ਕਬੀਰ ਸਾਹਿਬ ਜੀ ਕਹਿ ਰਹੇ ਹਨ, ਟੂਟੀ ਤੰਤ ਨਾ ਬਜੈ ਰਬਾਬ, भूल बिगाड़ियो अपना काज। टूटी तंत, तार टूट गई, तार जिस नाल रबाब बजदा है, ना बजे रबाब, रबाब वजनों हट गई। भूल तो भाव है गलती, बिगाड़ियो अपना काज। तृष्णा दे मुक्कन ते मोह दी तन टूट जाती है। जिस शरीरक मोह विच फस के पहला मनुख अपना असल करन वाला काम खराब करी जा रहा सी,
ਹੁਣ ਉਹ ਸਰੀਰਕ ਮੋਹ ਰੂਪੀ ਰਬਾਬ ਵਜਾਂਦਾ ਹੀ ਨਹੀਂ, ਕਿਉਂਕਿ ਤ੍ਰਿਸ਼ਨਾ ਮੁਕਨ ਕਰਕੇ ਮੋਹ ਦੀ ਤਾਰ ਟੁੱਟ ਜਾਂਦੀ ਹੈ। ਤੇ ਜਦੋਂ ਮਾਇਆ ਵਾਲੀ ਤਾਰ ਟੁੱਟ ਗਈ, ਕਿਸੇ ਵੀ ਸਾਜ਼ ਦੀ ਜਦੋਂ ਤਾਰ ਟੁੱਟ ਜਾਂਦੀ ਹੈ ਤੇ ਉਹ ਵੱਜਣ ਜੋਗਾ ਨਹੀਂ ਰਹਿੰਦਾ। ਤੇ ਇਸ ਤਰ੍ਹਾਂ ਹੀ ਮਾਇਆ ਦੀ ਤਾਰ ਟੁੱਟ ਗਈ ਤੇ ਹੁਣ ਵੱਜਦਾ ਨਹੀਂ ਹੈ, ਪਰ ਇਸ ਤੋਂ ਪਹਿਲਾਂ ਤੇ ਵੱਜਦਾ ਪਿਆ ਸੀ। ਵੱਜਣ ਦੇ ਚੱਕਰ ਵਿੱਚ ਆਪਣਾ ਸਾਰਾ ਵਿਗਾੜੀ ਬੈਠਾ ਸੀ। ਪਰ ਜਦ ਗੁਰੂ ਦੇ ਸ਼ਬਦ ਦੀ ਸੋਝੀ ਹੋਈ ਤੇ ਉਸ ਰਾਹੀਂ ਮੇਰੇ ਮਨ ਦਾ ਦੂਜਾ ਭਾਵ ਮੁੱਕ ਗਿਆ ਤੇ ਹੁਣ ਵਾਜਾ ਵੱਜਦਾ ਹੀ ਨਹੀਂ ਹੈ। ਤੀਸਰੇ ਬੰਦ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਹਨ, ਕਥਨੀ ਬਦਨੀ ਕਹਿਨ ਕਹਾਵਨ, ਸਮਝ ਪਰੀ ਤੋਂ ਬਿਸਰਿਓ ਗਾਵਨ। ਕਥਨੀ ਉਹ ਪਹਿਲੀਆਂ ਗੱਲਾਂ, ਬਦਨੀ ਕਹਿਨ ਕਹਾਵਨ। ਕਥਨੀ ਬਦਨੀ ਹੁੰਦਾ ਹੈ ਸਿਰਫ ਗੱਲਾਂ ਦੇ ਲੈਵਲ ਤੇ, ਸਿਰਫ ਗੱਲਾਂ ਹੀ ਨੇ, ਪੱਲੇ ਕੁਝ ਨਹੀਂ ਹੈ। ਜਿਹੜੀ ਗੱਲ ਦਾ ਉਹ ਦਾਵਾ ਕਰ ਰਿਹਾ ਹੈ ਉਹ ਉਸ ਤਰ੍ਹਾਂ ਦਾ ਹੈ ਨਹੀਂ, ਸਿਰਫ ਦਾਵਾ ਹੀ ਕਰ ਰਿਹਾ ਹੈ, ਜਿਸਨੂੰ ਕਿਹਾ ਹੈ ਗੱਲੀ ਜੋਗ ਨਾ ਹੋਈ। ਧਾਰਮਿਕ ਕਰਮ ਕਰਦਾ ਪਿਆ ਹੈ ਪਰ ਜੀਵਨ ਉੱਥੇ ਹੀ ਖੜਾ ਹੈ। ਸਮਝ ਪਰੀ, ਜਦੋਂ ਸਮਝ ਆਈ ਤਾਂ ਬਿਸਰਿਓ ਗਾਵਨ। ਹੁਣ ਜਦੋਂ ਜੀਵਨ ਦੀ ਸਹੀ ਸਮਝ ਆਈ ਤਾਂ ਸਰੀਰ ਦੀ ਖਾਤਰ ਉਹ ਪਹਿਲੀਆਂ ਗੱਲਾਂ, ਉਹ ਤਰਲੇ, ਉਹ ਕੀਰਨੇ ਸਭ ਭੁੱਲ ਗਏ। ਕਥਨੀ ਬਦਨੀ ਕਹਿਨ ਕਹਾਵਨ ਹੈ ਕਿ ਪਹਿਲਾਂ ਇਤਨੇ ਧਾਰਮਿਕ ਆਡੰਬਰ ਕਰਦਾ ਸੀ ਤੇ ਇਤਨੇ ਪਾਠ ਕਰਦਾ ਹਾਂ, ਸੇਵਾ ਕਰਦਾ ਹਾਂ, ਮੇਰਾ ਇਤਨਾ ਨੇਮ ਹੈ, ਹਰ ਮਹੀਨੇ ਤੀਰਥਾਂ ਤੇ ਜਾਂਦਾ ਹਾਂ, ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹਨ ਜਿਸ ਵਿੱਚ ਉਲਝਿਆ ਹੋਇਆ ਹੈ। ਪਰ ਸਮਝ ਪਈ, ਜਦੋਂ ਸਮਝ ਆ ਗਈ, ਜਿਵੇਂ ਕਹਿੰਦੇ ਆ ਕਿ ਮਨ ਸਮਝਾਵਨ ਕਾਰ ਨੇ ਕਛੁਅਕ ਪੜੀ ਹੈ ਗਿਆਨ, 52 ਅੱਖਰੀ ਵਿੱਚੋਂ ਪੰਕਤੀ ਹੈ। ਜਦੋਂ ਗਿਆਨ ਪ੍ਰਾਪਤ ਕਰ ਲਿਆ ਤੇ ਬਿਸਰਿਓ ਗਾਵਨ, ਇਹ ਮੈਂ ਜੋ ਸਤੋਗੁਣੀ ਮਾਇਆ ਵਾਲੇ ਰਾਗ ਗਾਉਂਦਾ ਸੀ ਇਹ ਨਿਕਲ ਗਿਆ, ਇਹ ਹੁਣ ਮੈਂ ਨਹੀਂ ਗਾਉਂਦਾ। ਅਸੀਂ ਦੇਖਦੇ ਹਾਂ ਧਾਰਮਿਕ ਸਥਾਨਾਂ ਤੇ ਹਜੂਮ ਦੇ ਹਜੂਮ ਨੇ, ਚਾਹੇ ਗੁਰਦੁਆਰੇ ਨੇ, ਚਾਹੇ ਮੰਦਿਰ ਨੇ, ਮਸਜਿਦ ਨੇ, ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ, ਕੋਈ ਪ੍ਰੋਗਰਾਮ ਹੋਵੇ ਤੇ ਅਸੀਂ ਦੇਖਦੇ ਹਾਂ ਕਿ ਰਸ਼ ਸਾਨੂੰ ਇਤਨਾ ਨਜ਼ਰ ਆਉਂਦਾ ਹੈ। ਇਹ ਬੰਦੇ ਕੀ ਨੇ ਜਿਹੜੇ ਇੰਨਾ ਰਸ਼ ਕਰ ਰਹੇ ਹਨ? ਤੇ ਅਸੀਂ ਦੇਖਦੇ ਹਾਂ ਕਿ ਮਤਲਬ ਇਹ ਬੰਦੇ ਨੇ ਧਰਮੀ ਕੰਮ ਕਰ ਰਹੇ ਨੇ, ਧਰਮ ਦੇ ਕੰਮ ਕਰ ਰਹੇ ਨੇ। ਤੇ ਵੇਖੋ ਅਸੀਂ ਕਿੱਡੇ ਧਰਮੀ ਹਾਂ, ਧਰਮੀ ਕੰਮ ਕਰ ਰਹੇ ਹਾਂ। ਅੱਜ ਗੁਰਪੁਰਬ ਹੈ, ਇੰਨੇ ਘੰਟੇ ਗੁਰਦੁਆਰੇ ਲਾਏ, ਇੰਨੀ ਸੇਵਾ ਕੀਤੀ, ਪਰ ਉਸ ਨੂੰ ਹੀ ਜਦ ਅਸੀਂ ਬਾਹਰ ਸਮਾਜ ਵਿੱਚ ਵਿਚਰਦੇ ਹੋਏ ਦੇਖਦੇ ਹਾਂ ਤੇ ਕਹਿੰਦੇ ਹਾਂ ਧਰਮ ਨਾਮ ਦੀ ਤੇ ਕੋਈ ਚੀਜ਼ ਹੀ ਨਹੀਂ ਰਹਿ ਗਈ। ਉਹੀ ਲੋਕੀ ਸਨ, ਉਹੀ ਹੁਣ ਲੁੱਟਣ ਨੂੰ ਬੈਠੇ ਨੇ। ਉਹ ਧਰਮ ਅਸਥਾਨਾਂ ਤੇ ਜੋ ਸਨ, ਫਿਰ ਉਹ ਕੌਣ ਸਨ? ਇਹਨਾਂ ਵਿੱਚੋਂ ਹੀ ਸਨ ਕਿ ਉਹ ਕਥਨੀ ਬਦਨੀ ਸੀ, ਕਹਿਨ ਕਹਾਵਨ ਦੀਆਂ ਗੱਲਾਂ ਹੀ ਸਨ। ਇਹ ਤਾਂ ਆਮ ਜਨਤਾ ਦੀ ਗੱਲ ਹੋ ਗਈ ਹੈ ਨਾ। ਫਿਰ ਇਸ ਤੋਂ ਜਰਾ ਇੱਕ ਸਟੈਪ ਉੱਪਰ ਚੱਲਦੇ ਹਾਂ ਤੇ ਜਿੰਨੇ ਧਾਰਮਿਕ ਬੰਦੇ ਨੇ, ਵੱਡੀਆਂ ਵੱਡੀਆਂ ਗੱਲਾਂ ਨੇ, ਪਰ ਜਦੋਂ ਆਪਣੀ ਮਾਫ ਕਰਨ ਦੀ ਵਾਰੀ ਆਉਂਦੀ ਹੈ ਤੇ ਫਿਰ ਈਗੋ ਨੂੰ ਸੱਟ ਲੱਗਦੀ ਹੈ ਤੇ ਫਿਰ ਤੇ ਚੁੱਕ ਕੇ ਰਾਜੀ ਹੀ ਨਹੀਂ। ਜਿੰਨੇ ਨੇੜੇ ਤੋਂ ਦੇਖਦੇ ਹਾਂ ਉੱਥੇ ਬੜਾ ਹੀ ਬੁਰਾ ਹਾਲ ਦਿਖਦਾ ਹੈ ਕਿ ਬੰਦਾ ਜਿੰਨਾ ਵੱਡਾ ਹੁੰਦਾ ਜਾਂਦਾ ਹੈ ਉਸਦਾ ਹੰਕਾਰ ਵੀ ਉਤਨਾ ਹੀ ਵੱਧਦਾ ਜਾਂਦਾ ਹੈ, ਉਸਦੇ ਅੰਦਰੋਂ ਮਾਫ ਕਰਨ ਦੀ ਬਿਰਤੀ ਉਤਨੀ ਹੀ ਮੁੱਕਦੀ ਜਾਂਦੀ ਹੈ। ਇਹ ਪ੍ਰਤੱਖ ਨਜ਼ਰ ਆਉਂਦਾ ਹੈ, ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ। ਤੇ ਵਿਰਲੇ ਜੀਵਾਂ ਦੇ ਪੱਲੇ ਗੁਰਮਤ ਵਾਲਾ ਦਾਇਰਾ ਹੈ ਕਿ ਜਿਹੜੇ ਗੁਰਮਤ ਦੀ ਗੱਲ ਕਰਦੇ ਵੀ ਨੇ ਤੇ ਜਿਉਂਦੇ ਵੀ ਨੇ। ਬਹੁਤ ਵਿਰਲੇ ਇਹੋ ਜਿਹੇ ਬੰਦੇ ਹਨ। ਬਾਣੀ ਵੀ ਕਹਿੰਦੀ ਹੈ, ਹੈਨ ਵਿਰਲੇ ਨਾਹੀ ਕਰਨੇ ਸੈਲ ਫੱਕੜ ਸੰਸਾਰ, ਜਿਸਨੂੰ ਕਿਹਾ ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ, ਜਿਨ੍ਹਾਂ ਕੋਲ ਨਿਰੋਲ ਗੁਰਮਤ ਤੱਤ ਵਾਲਾ ਜੀਵਨ ਹੈ। तो चौथे बंद विच कबीर जी फिर समझा रहे हैं कि कहत कबीर पंच जो चूरे, तिन ते नाही परम पद दूरे। कहत कबीर तो भाव है कि कबीर जी कहते हैं पंच जो चूरे, पंजा दा नाश करे, काम क्रोध लोभ मोह हंकार, चूरे चूर चूर कर दिता। आम बोलचाल वाला शब्द है कि कबीर साहब कहते हैं जो पंच विकारां नूं मार लैंदे हैं, ਤਿੰਨ ਤੇ ਨਾਹੀ ਪਰਮ ਪਦ ਦੂਰੇ, ਦੂਰੇ ਪਾਉ ਦੂਰ। ਤੇ ਫਿਰ ਇਹਨਾਂ ਤੋਂ ਸਭ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ਹੈ। ਇਹ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਲੈਂਦਾ ਹੈ
ਉਸ ਲਈ ਇਹ ਪੰਜ ਪਦ ਪ੍ਰਾਪਤ ਕਰਨਾ ਦੂਰ ਨਹੀਂ ਹੈ। ਦੂਰ ਤੇ ਕਿਹਨਾਂ ਲਈ ਸੀ? ਦੂਰ ਤੇ ਉਹਨਾਂ ਲਈ ਹੈ ਜਿਨ੍ਹਾਂ ਨੂੰ ਪੰਜਾਂ ਨੂੰ ਮਾਰਨ ਦੀ ਜਾਚ ਨਹੀਂ ਆਈ, ਪਰ ਜਿਨ੍ਹਾਂ ਨੇ ਸਿਮਰਨ ਦੀ ਬਰਕਤ ਨਾਲ ਮਨ ਦੀ ਅਗਨ ਤੇ ਬੁਝਾ ਹੀ ਲਈ ਸੀ, ਉਸ ਤੋਂ ਨਿਕਲਣ ਵਾਲੇ ਧੂਏ ਨੂੰ ਵੀ ਬੁਝਾ ਦਿੱਤਾ ਸੀ। ਪੰਕਤੀ ਆਂਦੀ ਹੈ, ਵਾਤ ਵੱਜਣ ਟਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਉ। ਗੁਰੂ ਨੇ ਕੰਡ ਤੇ ਥਾਪੀ ਦਿੱਤੀ, ਭਾਵ ਗੁਰੂ ਦੀ ਮਿਹਰ ਹੋਈ, ਇਹਨਾਂ ਪੰਜਾਂ ਤੋਂ ਮੁਕਤੀ ਮਿਲ ਗਈ। ਰਾਗ ਆਸਾ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਇਸੇ ਗੱਲ ਦੀ ਪ੍ਰੋੜਤਾ ਕਰਦੇ ਨੇ, ਜਿਨ ਮਿਲ ਮਾਰੇ ਪੰਚ ਸ਼ੂਰਬੀਰ, ਤੈਸੋ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀਰੇ, ਤਿੰਨ ਤੇ ਨਾਹੀ ਪਰਮ ਪਦ ਦੂਰੇ। ਇਹ ਵਾਲੀ ਗੱਲ ਦੀ ਪੁਸ਼ਟੀ ਕਰ ਰਹੇ ਹਨ। ਜਦ ਗੁਰੂ ਜਿਸ ਨੂੰ ਜੁਗਤ ਦਿੰਦਾ ਹੈ, ਉਸਦੇ ਲਈ ਪਰਮ ਪਦ ਦੀ ਅਵਸਥਾ ਤੇ ਅਪੜਨਾ ਆਸਾਨ ਹੋ ਜਾਂਦਾ ਹੈ। ਉਹ ਅਵਸਥਾ ਉਸਦੇ ਨੇੜੇ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਸਾਨੂੰ ਕਿੱਦਾਂ ਸਮਝਾਇਆ ਹੈ, ਪਰ ਅਸੀਂ ਇਸ ਤਰ੍ਹਾਂ ਹਾਂ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ। ਪੰਚ ਜੋ ਚੂਰੇ, ਆਮ ਬੋਲਣ ਵਾਲਾ ਸ਼ਬਦ ਹੈ, ਚੂਰ ਚੂਰ ਕਰ ਦਿੱਤਾ ਉਹਨਾਂ ਨੂੰ। ਪਰਮ ਅਵਸਥਾ, ਜਿਨ੍ਹਾਂ ਨੇ ਪੰਜਾਂ ਨੂੰ ਚੂਰ ਚੂਰ ਕਰ ਦਿੱਤਾ, ਉਹਨਾਂ ਤੋਂ ਪਰਮ ਅਵਸਥਾ ਕਿੱਥੇ ਦੂਰ ਹੈ ਨਾ। ਉਹਨਾਂ ਲਈ ਪੰਜਾਂ ਨੂੰ ਮਾਰ ਲਿਆ ਜਿਨ੍ਹਾਂ ਨੇ, ਉਹਨਾਂ ਨੇ ਪਰਮ ਅਵਸਥਾ ਕਿਹੜੀ ਦੂਰ ਹੈ? ਜਿਨ੍ਹਾਂ ਨੇ ਪੰਜਾਂ ਨੂੰ ਮਾਰ ਲਿਆ। ਤੇ ਔਖਾ ਉਹਨਾਂ ਲਈ ਹੈ ਜਿਹੜੇ ਪੰਜਾਂ ਵਿੱਚ ਮਰਦੇ ਪਏ ਨੇ, ਤੇ ਉਹ ਕਿੱਥੋਂ ਪਾਰ ਲੱਗਣਗੇ। ਇਸੇ ਗੱਲ ਨੂੰ ਕਬੀਰ ਸਾਹਿਬ ਜੀ ਨੇ, ਜਿਹੜੇ ਪਹਿਲੇ ਵੀ ਮੈਂ ਗੱਲ ਕੀਤੀ ਹੈ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਇਸ ਵਿੱਚ ਵੀ ਸਮਝਾਇਆ ਹੈ। ਤੇ ਅਸੀਂ ਜ਼ਿਆਦਾ ਕਰਕੇ ਇਹ ਸ਼ਬਦ ਉਸ ਵਕਤ ਸੁਣਦੇ ਹਾਂ ਜਦ ਕੋਈ ਜੀਵ ਚਲਾਣਾ ਕਰ ਜਾਂਦਾ ਹੈ। ਤੇ ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਜੋ ਬੰਦਾ ਸਾਡੇ ਨਾਲ ਸੀ, ਸਾਡੇ ਨਾਲ ਗੱਲਾਂ ਬਾਤਾਂ ਕਰਦਾ ਪਿਆ ਸੀ, ਉਹ ਹੁਣ ਸਾਡੇ ਵਿੱਚ ਨਹੀਂ ਰਿਹਾ। ਪਰ ਕਬੀਰ ਜੀ ਇਸ ਸ਼ਬਦ ਰਾਹੀਂ ਵੀ ਇਹੀ ਸਮਝਾਇਆ ਹੈ। ਇਸ ਦੀ ਪਹਿਲੀ ਪੰਕਤੀ ਹੈ ਕਿ ਗगन नगर ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ। ਹੈ ਬਾਬਾ, ਸਰੀਰਕ ਮੋਹ ਆਦਿ ਦਾ ਉਹ ਰੌਲਾ ਕਿੱਥੇ ਗਿਆ ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ? ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਵੀ ਨਹੀਂ ਉੱਠਦਾ। ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮ ਹੰਸ ਲੈ ਸਿਧਾਨਾ। ਇਹ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਮਿਹਰ ਹੈ, ਜਿਸ ਕਰਕੇ ਮਨ ਦੇ ਸਾਰੇ ਫੁਰਨੇ ਮੁੱਕ ਗਏ ਹਨ। ਸੋ ਇਹਨਾਂ ਦੋਨੋਂ ਹੀ ਸ਼ਬਦਾਂ ਰਾਹੀਂ ਕਬੀਰ ਜੀ ਨੇ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਗੱਲ ਕੀਤੀ ਹੈ ਕਿ ਸਿਮਰਨ ਦੀ ਬਰਕਤ ਨਾਲ ਮੇਰੇ ਵਿੱਚ ਜੋ ਤਬਦੀਲੀ ਆਈ ਹੈ, ਉਸ ਨਾਲ ਜੋ ਮਾਇਆ ਦਾ ਪ੍ਰਭਾਵ ਸੀ, ਜੋ ਹਰ ਵਕਤ ਮੇਰੇ ਨਾਲ ਹੀ ਰਹਿੰਦਾ ਸੀ, ਉਹ ਕਿੱਥੇ ਚਲਾ ਗਿਆ ਹੈ? ਉਹ ਮੁੱਕ ਗਿਆ ਹੈ। ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ कहते। सो सदा चेते रखना है कि परमात्मा ਸਰਬ ਵਿਆਪਕ ਹੈ ਤੇ ਉਹ ਹਰ ਵੇਲੇ ਮੇਰੇ ਨਾਲ ਹੈ। ਤੇ ਫਿਰ ਉਸਨੂੰ ਸਦਾ ਹਾਜ਼ਰ ਨਾਜ਼ਰ ਜਾਣ ਕੇ ਸ਼ਰਾਰਤਾਂ ਵੀ ਨਹੀਂ ਕਰਨੀਆਂ ਹਨ, ਤੇ ਜੇ ਕਿਤੇ ਅੰਧੇਰੇ ਵਿੱਚ ਜਾਣਾ ਪਵੇ ਤੇ ਡਰਨਾ ਵੀ ਨਹੀਂ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਜੋ ਕਿ ਹਰ ਮੋੜ ਤੇ ਸਾਨੂੰ ਰਾਹ ਦਿਖਾਉਂਦੇ ਹਨ। ਇਸ ਦਾ ਹਰੇਕ ਸ਼ਬਦ ਐਸਾ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਸਾਨੂੰ ਰਾਹ ਦਿਖਾਉਂਦਾ ਹੈ। ਲੋੜ ਹੈ ਬਾਣੀ ਨੂੰ ਪੜ੍ਹਨ ਦੀ, ਸਮਝਣ ਦੀ ਤੇ ਉਸ ਮੁਤਾਬਕ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ। ਪਰਮਾਤਮਾ ਮਿਹਰ ਕਰੇ ਅਸੀਂ ਇਸ ਕਾਬਲ ਬਣ ਸਕੀਏ ਕਿ ਇਸ ਅਮੋਲਕ ਦਾਤ ਵਿੱਚੋਂ ਇੱਕ ਕਿਨਕਾ ਜਿਹਾ ਵੀ ਆਪਣੇ ਅੰਦਰ ਵਸਾਨ ਜੋਗੇ ਹੋਈਆਂ। ਬੇਅੰਤ ਭੁੱਲਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।